ਮੋਸ਼ਨਲ EMF ਮੋਸ਼ਨਲ EMF ਫਾਈਂਡ ਕਰਨਾ। ਇਹਦੇ ਵਿੱਚ ਅਸੀਂ ਇੱਕ ਕੰਸੀਡਰ ਇਹ ਮੈਗਨੈਟਿਕ ਫੀਲਡ ਰੀਜਨ, ਇੱਕ ਅਸੀਂ ਮੈਗਨੈਟਿਕ ਫੀਲਡ ਖੇਤਰ ਲਿਆ PQRS। ਇਸ ਮੈਗਨੈਟਿਕ ਫੀਲਡ ਦੀ ਜਿਹੜੀ ਸਟਰੈਂਥ ਹੈਗੀ ਉਹ ਹੈਗੀ ਆ B ਇਜ਼ ਨੋਨ ਐਜ਼ ਮੈਗਨੈਟਿਕ ਫੀਲਡ। ਔਰ ਇਹਨੂੰ ਮੈਂ यूनिफॉर्म मैग्नेटिक फील्ड बनाया इस तरह। ਇਹ ਜਿਹੜੇ ਹੈਗੇ ਸਟਾਰ ਇੱਥੇ ਹੈਗਾ ਸਾਡੇ ਕੋਲ यूनिफॉर्म मैग्नेटिक फील्ड ਜਿਹੜਾ ਕਿ ਇਸ ਇਹਦੇ ਬਲੈਕ ਬੋਰਡ ਦੇ ਪਲੇਨ ਦੇ ਕੀ ਆ ਪਰਪੈਂਡੀਕੂਲਰ ਆ ਤੇ ਇਹਦੀ ਡਾਇਰੈਕਸ਼ਨ ਜਿਹੜੀ ਕੀ ਹੈਗੀ ਆ ਇਨਵਰਟ ਅੰਦਰ ਨੂੰ ਇਸ ਫਾਰਮ ਦੇ ਵਿਚਕਾਰ। ਤੇ ਇਸ ਰੀਜਨ ਦੇ ਵਿਚਕਾਰ ਅਸੀਂ ਇੱਕ ਰੈਕਟੈਂਗੂਲਰ ਕੁਆਇਲ ABCD ਨੂੰ ਰੱਖਿਆ ਗਿਆ। ਇਹ ਰੈਕਟੈਂਗੂਲਰ ਕੁਆਇਲ ਜਦੋਂ ਅਸੀਂ ਮੈਗਨੈਟਿਕ ਫੀਲਡ 'ਚ ਰੱਖਦੇ ਹਾਂ ਇਹਨੂੰ, ਔਰ ਜਦੋਂ ਅਸੀਂ ਕਿਸੇ ਵੀ ਕਰੰਟ ਆਪਣੇ ਵਾਇਰ ਨੂੰ ਮੈਗਨੈਟਿਕ ਫੀਲਡ 'ਚ ਰੱਖਿਆ ਜਾਂਦਾ ਤਾਂ ਉਹਦੇ ਉੱਪਰ ਇੱਕ ਫੋਰਸ ਐਕਸਪ੍ਰੈਸ ਕਰਦੀ ਆ। ਉਹ ਜਿਹੜੀ ਫੋਰਸ ਹੁੰਦੀ ਆ ਆਪਾਂ ਕਹਿੰਦੇ ਉਹਨੂੰ ਲੌਰੈਂਟ ਫੋਰਸ। ਸੋ ਜਿਹੜੀਆਂ ਲੌਰੈਂਟ ਫੋਰਸਸ ਹੈਗੀਆਂ ਔਰ ਇਸ ਕੋਇਲ ਦੀ ਇਸ ਕੋਇਲ AB ਆਰਮਸ ਆ, ਇਹ BC ਆ ਔਰ CD ਆਰਮਸ ਆ ਔਰ AD ਆਰਮਸ ਆ। ਔਰ ਜਿਹੜੀ ਫੋਰਸ ਲੱਗ ਰਹੀ ਆ ਉਹ ਲੱਗ ਰਹੀ ਹੈ ਇਸ ਸਾਈਡ ਦੇ ਉੱਪਰ B ਤੇ C ਆਰਮ ਦੇ ਵਿੱਚ। ਹੁਣ ਜਦੋਂ ਅਸੀਂ ਇਸ ਕੋਇਲ ਨੂੰ V ਵੈਲੋਸਿਟੀ ਨਾਲ ਇਸ ਮੈਗਨੈਟਿਕ ਫੀਲਡ ਦੇ ਇਸ ਤਰ੍ਹਾਂ ਬਾਹਰ ਨੂੰ ਪੁੱਲ ਕਰਾਂਗੇ, ਇਸ ਤਰ੍ਹਾਂ ਬਾਹਰ ਜਿਹੜੀ ਮੋਸ਼ਨ ਕਰਨੀ ਹੈ ਮੋਸ਼ਨਲ, ਇਸ ਕੋਇਲ ਨੂੰ ਫੜ ਕੇ ਅਸੀਂ ਇਸ ਮੈਗਨੈਟਿਕ ਫੀਲਡ ਦੇ ਵਿੱਚ ਇਹਨੂੰ ਬਾਹਰ ਖਿੱਚਾਂਗੇ। ਤੇ ਜਿਹੜਾ ਇਹਦੇ ਵਿੱਚ ਮੈਗਨੈਟਿਕ ਫੀਲਡ ਦੀਆਂ ਡਾਇਰੈਕਸ਼ਨਸ ਇਸ ਤਰ੍ਹਾਂ ਹੈਗੀਆਂ ਤੇ ਇਹ ਕੋਇਲ ਦਾ ਜਿੰਨਾ ਇਹ ਏਰੀਆ ਹੈਗਾ DS ਖੇਤਰ, ਉਹ ਮੈਗਨੈਟਿਕ ਫਲਕਸ ਜਿਹੜੀਆਂ ਹੋਣਗੀਆਂ ਮੈਗਨੈਟਿਕ ਫੀਲਡ ਦੀਆਂ ਲਾਈਨਸ ਆਫ ਫੋਰਸ, ਉਹ ਇਹ ਕੋਇਲ ਨੂੰ V ਵੈਲੋਸਿਟੀ ਨਾਲ ਮੂਵ ਕਰਾਂਗੇ ਤਾਂ ਕੀ ਕੱਟੂਗੀ। ਕੱਟਣ ਦੇ ਨਾਲ ਇਹਦੇ ਵਿੱਚ ਜਿਹੜਾ ਆ ਕਰੰਟ ਪ੍ਰੋਡਿਊਸ ਹੋਣਾ। ਹੁਣ ਜਿਹੜਾ ਸਾਡੇ ਕੋਲ ਲੌਰੈਂਟ ਫੋਰਸ ਲੱਗੀਆਂ ਇਸ ਕੰਡਕਟਰ ਦੇ ਉੱਪਰ BC ਉੱਪਰ ਦਾ ਲੌਰੈਂਟ ਫੋਰਸ is equal to F is equal to Q V cross B ਹੁੰਦਾ। V ਜਿਹੜੀ ਵੈਲੋਸਿਟੀ ਆ, ਵੈਲੋਸਿਟੀ ਇਹਦੀ ਇਸ ਤਰ੍ਹਾਂ ਹੈ, ਕੋਇਲ ਨੂੰ ਅਸੀਂ ਇੱਦਾਂ ਲਿਖਦੇ ਹਾਂ ਔਰ ਜਿਹੜਾ ਮੈਗਨੈਟਿਕ ਫੀਲਡ ਆ ਮਤਲਬ ਇਸ ਤਰ੍ਹਾਂ ਮੈਗਨੈਟਿਕ ਫੀਲਡ ਜਿਹੜੀ ਆ ਉਹ ਇਨਵਰਟ ਡਾਇਰੈਕਸ਼ਨ 'ਚ ਔਰ ਦੋਨੇ ਇੱਕ ਦੂਜੇ ਦੀ ਹੈਗੀ ਆ ਪਰਪੈਂਡੀਕੂਲਰ। ਇਸ ਤਰ੍ਹਾਂ ਅਸੀਂ ਮੂਵ ਕਰਾਂਗੇ ਮਤਲਬ V ਔਰ B ਮੈਗਨੈਟਿਕ ਫੀਲਡ ਬੋਥ ਆਰ ਪਰਪੈਂਡੀਕੂਲਰ। ਤੇ ਇਹਨੂੰ ਇਹ ਆ ਗਿਆ ਸਾਡੇ ਕੋਲ F is equal to Q। ਇਸ ਵਾਇਰ ਦੇ ਵਿੱਚ ਇਲੈਕਟ੍ਰੋਨ ਫਲੋ ਕਰਨੇ, ਉਹਨਾਂ ਤੇ ਚਾਰਜ ਹੁੰਦਾ ਆ V cross B। so F is equal to minus EB into B। ਇਹ ਮੈਗਨੈਟਿਕ ਲੌਰੈਂਟ ਫੋਰਸ ਇਹਦੇ ਉੱਪਰ ਐਕਟ ਕਰਦੀਆਂ ਪਈਆਂ। ਹੁਣ Q ਇਸ ਇਲੈਕਟ੍ਰੋਨ ਦੇ ਉੱਪਰ ਨੈਗੇਟਿਵ ਚਾਰਜ ਸੀ। ਸਿਮਿਲਰਲੀ ਹੁਣ ਜਦੋਂ ਇਸ ਵਾਇਰ ਦੇ ਵਿੱਚ ਇਸ B to C ਜਿਹੜੀ ਵਾਇਰ ਹੈਗੀ ਆ ਇਹ ਉਹਦੀ ਆਰਮ ਆ ਕੰਡਕਟਰ ਦੀ, ਔਰ ਇਹਦੇ ਵਿੱਚ ਜਦੋਂ ਲੌਰੈਂਟ ਫੋਰਸ ਹੁੰਦੀਆਂ ਤੇ ਇਹਦੇ ਵਿੱਚ ਜਿਹੜਾ ਇਲੈਕਟ੍ਰੋਨ ਹੈਗਾ ਲੌਰੈਂਟ ਫੋਰਸ ਕਰਕੇ ਇਸ ਤੋਂ B to C ਵੱਲ ਨੂੰ ਮੂਵ ਕਰਦਾ। B to C ਜਦੋਂ B to C ਮੂਵ ਕਰੂਗਾ ਇਸ ਤਰ੍ਹਾਂ ਇਲੈਕਟ੍ਰੋਨ ਫਲੋ ਕਰਕੇ ਕਰੰਟ, ਔਰ ਇਹ ਇਲੈਕਟ੍ਰੋਨ ਥੱਲੇ ਨੂੰ ਫਲੋ ਕਰਦਾ ਇਲੈਕਟ੍ਰੋਨ ਹੈਗਾ ਆ E ਇਲੈਕਟ੍ਰੋਨ ਇਸ ਤਰ੍ਹਾਂ ਫਲੋ ਕਰਦਾ ਤੇ ਇਹ ਇਲੈਕਟ੍ਰੋਨ C ਪੁਆਇੰਟ ਵੱਲ ਨੂੰ ਆਉਂਦਾ ਇਸ ਤਰ੍ਹਾਂ B to C, ਜਿਹਦੇ ਕਰਕੇ ਜਿਹੜੀ C ਤੇ ਇਹਦੇ ਪ੍ਰਤੀ ਆਉਂਦਾ ਇੱਥੇ ਅਕਮੂਲੇਟ ਹੋ ਜਾਂਦਾ ਇਲੈਕਟ੍ਰੋਨ ਔਰ C ਬਿਕਮ ਹੋ ਜਾਂਦਾ ਆ ਨੈਗੇਟਿਵ, ਔਰ ਜਿਹੜਾ B ਹੈਗਾ ਆ B ਬਿਕਮ ਹੋ ਜਾਂਦਾ ਪੋਜ਼ਿਟਿਵ। ਜਦੋਂ ਇਸ ਤਰ੍ਹਾਂ B ਪੋਜ਼ਿਟਿਵ, ਇਹ ਪੁਆਇੰਟ ਪੋਜ਼ਿਟਿਵ ਹੋ ਗਿਆ ਔਰ ਇੱਥੇ ਕੀ ਹੋ ਗਿਆ ਨੈਗੇਟਿਵ। ਇਹਨਾਂ ਦੋਨਾਂ ਦੇ ਵਿਚਕਾਰ ਇੱਕ ਪੋਜ਼ਿਟਿਵ ਹੋ ਗਿਆ ਮਤਲਬ B ਪੁਆਇੰਟ ਸੀ, ਇਹ ਬਿਕਮ ਪੋਜ਼ਿਟਿਵ ਹੋ ਜਾਂਦਾ, ਔਰ ਦੂਸਰੇ ਪੁਆਇੰਟ ਤੇ ਇੱਕ C ਸੀਗਾ ਪੁਆਇੰਟ ਜਿਹੜਾ ਕਿ ਨੈਗੇਟਿਵ। ਇਸ ਤਰ੍ਹਾਂ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ। E ਇਜ਼ ਦਾ ਇਲੈਕਟ੍ਰਿਕ ਫੀਲਡ ਸੈਟ ਹੋ ਜਾਂਦਾ। ਇਲੈਕਟ੍ਰਿਕ ਫੀਲਡ ਸੈਟ ਹੋਣ ਦੇ ਨਾਲ ਉਹ ਕਿੰਨਾ ਹੋ ਗਿਆ F is equal to ਚਾਰਜ ਔਨ ਇਲੈਕਟ੍ਰੋਨ E, ਔਰ ਦੂਜਾ ਕੀ ਹੋ ਗਿਆ Q ਤੇ ਕਿੰਨਾ ਸੀ ਚਾਰਜ, ਔਰ E ਇਹਦਾ ਸੀਗਾ ਇਲੈਕਟ੍ਰਿਕ ਫੀਲਡ। ਔਰ ਅਸੀਂ ਇਹਨੂੰ ਇਹਦਾ F is equal to ਚਾਰਜ ਔਨ ਇਲੈਕਟ੍ਰੋਨ ਐਂਡ E is the electric field। ਸੋ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਿਆ।
पॉजिटिव टू नैगेटिव। और जो इलैक्ट्रिक फील्ड है जो B to C मूव करता तो इलैक्ट्रिक फील्ड वधी जा रहा इनक्रीज करता। तो जो इलैक्ट्रिक फील्ड इनक्रीज करी जाता तो जो C पोर्शन आ मोर नैगेटिव हो जाता, ये नैगेटिव हो जा रहा नैगेटिव। और जो इलैक्ट्रिक फील्ड सैटअप किया इलैक्ट्रोड के उपर, ये जो मोशन हैगी आ मैगनैटिक लॉरेंट फोर्स जड़ियाँ लग रही इलैक्ट्रॉन फ्लो करता और उन्होंने की करता पाया अपोज करना पैंदा। मतलब इलैक्ट्रिक फील्ड ई देखो इतने इलैक्ट्रॉन ने चलो फ्लो करना, इलैक्ट्रॉन के उपर चार्ज किया बहुत घट होना और ये सैटअप होया जो इलैक्ट्रॉन ने थले होना तो ये सी तुहाडा की आ नैगेटिव, ये भी नैगेटिव आ, ये मोर नैगेटिव आ। इन इलैक्ट्रॉन की जी मोशन आ उन्होंने अपोज करूगा इस तरह। सो जो इलैक्ट्रिक फील्ड करके जी वेलोसिटी हैगी लॉरेंट फोर्सेस की वेलोसिटी ऑफ इलैक्ट्रॉन की करती है अपोज। इस तरह जो बी टर्मिनल आ और पॉजिटिव हो गए और सी मोर पॉजिटिव हो गया, सी मोर नैगेटिव हो गया तो ये स्ट्रॉन्ग फील्ड बन जाता सी पॉइंट का। और जो ये जी फोर्स हैगी मोशनल जो मोशनल EMF लॉरेंट फोर्स को अपोज करता सी, ये फोर्स आउण दे नाल ये जी फोर्स हैगी इलैक्ट्रिक फील्ड करके जी फोर्स पैदा हुई सी वो इक्वल हो जाती है मैगनैटिक लॉरेंट फोर्स के बराबर, लॉरेंट फोर्स के बराबर। और जो मैगनैटिक लॉरेंट फोर्स दोनों बराबर हो जाती तो फिर टू फोर्सेस इक्वल मैग्नीट्यूड रहता और इन्हों नैट इफैक्ट की रहता 0। हुण मैगनैटिक लॉरेंट फोर्स तो इलैक्ट्रिक फील्ड की फोर्स दोनों ही सेम हो गई हैं। जो दोनों इलैक्ट्रिक फील्ड तो लॉरेंट फोर्स सेम हो जाती ये अपना कैंसल अफेक्ट कर देती हैं जिसके करके ये सी साढ़े को इलैक्ट्रिक फील्ड की फोर्स प्लस ये साढ़े को लॉरेंट फोर्स मैगनैटिक लॉरेंट फोर्स ये 0। मतलब इतों साढ़े को जो इलैक्ट्रॉन से थले फ्लो करता सी इत्थे हाई नैगेटिव फ्लो करके इलैक्ट्रॉन जो थले मूव करता है ड्यू टू लॉरेंट फोर्स करके ये स्ट्रॉन्ग इलैक्ट्रिक फील्ड E माइनस जोड़ा है वो इनू अपोज करन लग पिया मोशनल ई। और जो दोनों फोर्सा इक्वल हो गई बैलेंस हो गई इलैक्ट्रिक फील्ड मैगनैटिक लॉरेंट फोर्स के बराबर आ जाती है तो उस वेले नैट इफेक्ट हो गया 0 तो इलैक्ट्रिक फील्ड फोर्स ये साढ़े को हो गई 0 क्योंकि दोनों का इफेक्ट की हो गया कैंसल। सो मैगनैटिक फोर्स कि नहीं इलैक्ट्रिक फील्ड फोर्स साढ़े को आई सी Q इंटू ई जी इलैक्ट्रिक फील्ड फोर्स की F इज इक्वल टू Q इंटू ई तो दूसरी साढ़े को आई मैगनैटिक लॉरेंट फोर्स वो साढ़े को बनी है Q V इंटू B। इन्होंने दोनों में वैल्यू इतने पुट की टोटल फोर्स की साढ़े को आई है Q E प्लस Q V इंटू B इज इक्वल टू 0 कैंसिल हो गई हैं। ये Q E इज इक्वल टू माइनस Q V इंटू B। हम सारे को Q ना Q कैंसिल हो गया E इज इक्वल टू माइनस V इंटू B। सो जो साढ़े को फोर्स आई है E इज इक्वल टू माइनस V इंटू B। हुण जो E साढ़े को इलैक्ट्रिक फील्ड की हुई इलैक्ट्रिक फील्ड सैटअप होया द पोटेंशियल बिटवीन 2 पॉइंट्स B एंड C। सो द पोटेंशियल कितना आ गया साढ़े को बिटवीन 2 पॉइंट B ते C के डिफरेंस कितना आया था वो E इज इक्वल टू वो सी इन्हें विचकार इलैक्ट्रॉन बटा और ये इतों इलैक्ट्रॉन फ्लो करता सी B to C वाल और कितना डिस्टेंस कवर करता सी L। इस कोयल की लेंथ है उसे बोलते हैं मतलब लेंथ कितनी होगी L। सो ये हो गई डिस्प्लेसमेंट तो है होगी L। सो इलैक्ट्रिक फील्ड की वैल्यू इतने पुट करती है आप साढ़े को आ गया E अपॉन L इज इक्वल टू माइनस B इंटू V। सो ये असी इंड्यूस करंट कढ़िया इंड्यूस करंट कितना पैदा होया E इज इक्वल टू माइनस B इंटू L। दिस इज द expression for motional EMF produced in a coil A, B, C, D and which moving with velocity V inside the magnetic field region P, Q, R, S and then the induced current is opposite from when it is pulled velocity V. Then the current flow is B
terminal B positive to C, positive to C, and the path of the current is B A D C. path की हो गया हमारे को B A D C, और जो करंट फ्लो करता वो करता है पॉजिटिव B टू नैगेटिव C वालों। सो ये हैगा इमोशनल वेव। ਇਹਨੂੰ ਅਸੀਂ ਇੱਕ ਹੋਰ ਮੈਥਡ ਨਾਲ ਪ੍ਰੂਵ ਕਰਦੇ ਹਾਂ। ਮੰਨ ਲਓ ਸਾਡੇ ਕੋਲ ਇਹ ਸਾਡੇ ਕੋਲ ਇਸ ਕੋਇਲ ਦਾ ਫਲਕਸ ਨਹੀਂ ਹੈ। ਮੰਨ ਲਓ ਇਹ ਸਾਡਾ ਫਲਕਸ ਸੀ ਸਾਡੇ ਕੋਲ ਏਰੀਆ ਜਿਹਦੇ ਵਿੱਚ ਮੈਗਨੈਟਿਕ ਫਲਕਸ ਇਸ ਤਰ੍ਹਾਂ ਪਾਸ ਕਰਦੀਆਂ। ਟੀ ਇਹਦੀ ਲੈਂਥ ਹੋ ਗਈ ਏਰੀਆ ਦੀ, BC ਲੈਂਥ ਹੋ ਗਈ, और C तो लैके इस तरह डिस्टेंस हो गया, ये हो गया D, ये डिस्टेंस कितना हो गया दोनों लॉन्ग एक्स एक्सिस, ये डिस्टेंस कितना हो गया x। तो इसका एरिया कट गया जी एरिया, तो इसका एरिया आ गया इज इक्वल टू एरिया ds लेंथ इनटू ब्रेड्थ, लेंथ आ गया ds एरिया l इनटू x। ਹੁਣ ਜਿਹੜੀਆਂ ਫਲਕਸ ਹੁੰਦੀਆਂ, ਫਲਕਸ ਦਾ ਫਾਰਮੂਲਾ ਅਸੀਂ ਪੜਿਆ, ਫਲਕਸ ਹੁੰਦੀਆਂ B ਡਾਟ ds, ਇਹ ਫਲਕਸ ਹੁੰਦੀਆਂ। ਤੇ B ਸਾਡੇ ਕੋਲ ਆਇਆ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤਾ ਇਹਦੇ ਵਿੱਚ, ਡਾਟ ds ਅਸੀਂ ਕੱਢਿਆ L ਤੇ x। ਹੁਣ ਰੇਟ ਆਫ ਚੇਂਜ ਆਫ ਫਲਕਸ, ਰੇਟ ਆਫ ਚੇਂਜ ਆਫ ਫਲਕਸ ਪ੍ਰੋਡਿਊਸ ਕਰੰਟ ਪਤਾ ਕਰਨਾ, ਤੇ ਇਸ ਕਰਾਂਗੇ डिफरेंशिएट with respect to t। so differentiate किया d phi upon dt is equal to d upon dt bl x। so if we calculate d phi upon dt is equal to b common l dx upon dt। रेट ऑफ चेंज ऑफ डिस्प्लेसमेंट जो ਅਸੀਂ ਕਿਸੇ ਕੋਇਲ ਨੂੰ ਇਸ ਤਰ੍ਹਾਂ ਮੂਵ ਕੀਤਾ ਜਿਸ ਤਰ੍ਹਾਂ ਵੈਲੋਸਿਟੀ ਨੂੰ, ਤਾਂ ਕੀ ਹੋਇਆ ਸੀ ਉਹਦਾ ਆ ਡਿਸਟੈਂਸ ਕੀ ਹੋ ਰਿਹਾ ਚੇਂਜ, ਕਿਉਂਕਿ ਇਹ ਡੀ ਪੁਆਇੰਟ ਇੱਥੇ ਆ, ਜਦੋਂ ਅਸੀਂ ਖਿੱਚਿਆ ਇਹਨੂੰ v ਵੈਲੋਸਿਟੀ ਨਾਲ ਇਹ ਡਿਸਟੈਂਸ ਚੇਂਜ ਕਰ ਗਿਆ। ਸੋ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ ਇਜ਼ ਕਾਲਡ ਵੈਲੋਸਿਟੀ। ਸੋ ਇੱਥੇ ਦੀ ਵੈਲਿਊ ਪੁੱਟ ਕੀਤੀ ਅਸੀਂ, ਸੋ ਆ ਗਿਆ d phi upon dt is equal to b l और dx upon ds velocity। so d phi upon dt according to Faraday law, the induced rate of change of flux changes with time, the induced current flow, the induced current according to Faraday E is equal to minus d phi upon dt। so ਇਹਦੀ ਵੈਲਿਊ ਪੁੱਟ ਕੀਤੀ, ਸਾਡੇ ਕੋਲ ਆ ਗਿਆ E ਦੀ ਵੈਲਿਊ minus E is equal to d phi upon dt b l into v। so E is equal to minus b l v। so this is the motional EMF, E is equal to minus b 12।